ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੇ ਆ। ਅੱਜ ਦੀ ਕਲਾਸ ਵਿੱਚ ਚੈਪਟਰ ਨੰਬਰ 9 ਜਿਸ ਦਾ ਨਾਮ ਹੈ ਅਰਬਨ ਲਾਈਵਲੀਹੁੱਡਸ, ਸ਼ਹਿਰੀ ਆਜੀਵਿਕਾ, ਕਿ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕ ਆਪ ਦੀ ਜਿਹੜੀ ਅਰਨਿੰਗ ਹੈਗੀ ਆ, ਕਮਾਈ ਹੈਗੀ ਆ, ਕਿਵੇਂ ਕਰਦੇ ਨੇ। ਐਂਡ ਦੋ ਆਪਾਂ ਕੇਸ ਸਟੱਡੀ ਕਰਾਂਗੇ। ਸੋ ਕਲਾਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਅਜੇ ਵੀ ਨਹੀਂ ਕੀਤਾ ਤਾਂ ਸਬਸਕ੍ਰਾਈਬ ਬਟਨ ਤੇ ਜ਼ਰੂਰ ਕਲਿੱਕ ਕਰਿਓ ਐਂਡ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਿਓ। ਐਂਡ ਆਪਾਂ ਜਿਹੜਾ ਚੈਪਟਰ ਸਮਝਣ ਜਾ ਰਹੇ ਹਾਂ ਇਹ ਤੁਹਾਡੀ 6th ਕਲਾਸ ਦੀ ਪੋਲੀਟੀਕਲ ਸਾਇੰਸ ਦਾ 9th ਭਾਵ ਲਾਸਟ ਚੈਪਟਰ ਹੈਗਾ ਜੀ। ਇਸ ਤੋਂ ਬਾਅਦ ਆਪਾਂ 7th ਕਲਾਸ ਦੀ ਜਿਹੜੀ ਪੋਲੀਟੀਕਲ ਸਾਇੰਸ ਹੈਗੀ ਆ ਉਸ ਕਿਤਾਬ ਦੇ ਜਿਹੜੇ ਲੈਸਨ ਨੇ ਜੀ ਸਮਝਣੇ ਸਟਾਰਟ ਕਰ ਦੇਵਾਂਗੇ। ਸੋ ਤੁਸੀਂ ਬਣੇ ਰਹੋ ਵੀਡੀਓ ਦੇ ਲਾਸਟ ਤੱਕ। ਐਂਡ ਆਪਾਂ ਗੱਲ ਕਰ ਰਹੇ ਸੀਗੇ ਅਰਬਨ ਲਾਈਵਲੀਹੁੱਡਸ ਦੀ, ਸ਼ਹਿਰੀ ਆਜੀਵਿਕਾ। ਕਿ ਲਗਭਗ ਇੱਥੇ ਗੱਲ ਕੀਤੀ ਜਾਂਦੀ ਹੈ ਕਿ ਭਾਰਤ ਵਿੱਚ ਜਿਹੜੇ ਤੁਹਾਨੂੰ ਕਸਬੇ ਜਾਂ ਫਿਰ ਟਾਊਨ ਸਿਟੀਜ਼ ਵੇਖਣ ਨੂੰ ਮਿਲਦੀਆਂ ਨੇ ਇਹ ਲਗਭਗ 5000 ਤੋਂ ਵੱਧ ਵੇਖਣ ਨੂੰ ਮਿਲਦੀਆਂ ਨੇ। ਆਪਣੇ ਪੂਰੇ ਭਾਰਤ ਦੀ ਮੈਂ ਗੱਲ ਕਰ ਰਿਹਾ। ਐਂਡ ਇਸ ਤੋਂ ਬਾਅਦ ਆਪਾਂ ਜੇ ਵੱਡੇ ਸ਼ਹਿਰਾਂ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਗੱਲ ਕਰਦੇ ਹਾਂ ਕਿ 27 ਤੁਹਾਨੂੰ ਵੱਡੇ ਸ਼ਹਿਰ ਮਿਲਦੇ ਹੈਗੇ ਆ। ਕਾਫੀ ਵੱਡੇ ਸ਼ਹਿਰ ਹੈਗੇ ਆ ਜਿਵੇਂ ਕਿ ਚੇਨਈ, ਮੁੰਬਈ, ਦਿੱਲੀ, ਕੋਲਕਾਤਾ। ਇੱਥੇ ਜਿਹੜੀ ਲੋਕਾਂ ਦੀ ਆਬਾਦੀ ਹੈਗੀ ਆ 1 ਮਿਲੀਅਨ ਤੋਂ ਵੱਧ ਹੈਗੀ ਆ। ਤੇ 1 ਮਿਲੀਅਨ ਵਿੱਚ ਕਿੰਨੇ ਹੁੰਦੇ ਆ ਜੀ? 1 ਮਿਲੀਅਨ ਵਿੱਚ ਤੁਹਾਨੂੰ 10 ਲੱਖ ਲੋਕ ਵੇਖਣ ਨੂੰ ਮਿਲਦੇ ਆ। ਸੋ ਇਹਨਾਂ ਸ਼ਹਿਰਾਂ ਦੇ ਵਿੱਚ ਤੁਹਾਨੂੰ ਜਿਹੜੀ ਆਬਾਦੀ ਹੈਗੀ ਆ ਕਾਫੀ ਜ਼ਿਆਦਾ ਵੇਖਣ ਨੂੰ ਮਿਲਦੀ ਹੈ। ਕਾਫੀ ਜ਼ਿਆਦਾ ਭੀੜ ਭੜੱਕਾ ਵਾਲਾ ਜਿਹੜਾ ਇਲਾਕਾ ਹੈਗਾ ਆ ਤੁਹਾਨੂੰ ਸ਼ਹਿਰਾਂ ਵਿੱਚ ਵੇਖਣ ਨੂੰ ਮਿਲਦਾ ਹੈਗਾ ਆ। ਐਂਡ ਤੁਸੀਂ ਵੇਖਿਆ ਹੋਣਾ ਪਿੰਡਾਂ ਦੇ ਜਿਹੜੇ ਲੋਕ ਨੇ ਕਾਫੀ ਵਾਰ ਕੁਝ ਫੈਸਿਲਿਟੀਜ਼ ਪ੍ਰਾਪਤ ਕਰਨ ਲਈ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਵੀ ਮਾਈਗ੍ਰੇਟ ਕਰਨਾ ਪੈਂਦਾ ਹੈ। ਕਈ ਵਾਰ ਆਪਾਂ ਨੂੰ ਚੰਗੀ ਸਿੱਖਿਆ ਲਈ, ਚੰਗੀ ਸਿਹਤ ਸਹੂਲਤਾਵਾਂ ਲਈ ਵੀ ਆਪਾਂ ਨੂੰ ਟਰੈਵਲ ਕਰਨਾ ਪੈਂਦਾ ਹੈ। ਕਿੱਥੇ? ਸ਼ਹਿਰਾਂ ਵੱਲ ਨੂੰ। ਇਸੇ ਤਰ੍ਹਾਂ ਹੀ ਜਿਹੜੀਆਂ ਸ਼ਹਿਰਾਂ ਵਿੱਚ ਸਹੂਲਤਾਵਾਂ ਦਿੱਤੀਆਂ ਜਾਂਦੀਆਂ ਨੇ ਉੱਥੇ ਦੇ ਲੋਕ ਕੰਮ ਕੀ ਕੁਝ ਕਰਦੇ ਨੇ। ਕੁਝ ਲੋਕ ਤੁਹਾਨੂੰ ਅਮੀਰ ਵੇਖਣ ਨੂੰ ਮਿਲ ਜਾਣਗੇ, ਕੁਝ ਲੋਕ ਗਰੀਬ ਹੋਣਗੇ, ਕੁਝ ਲੋਕ ਜਿਵੇਂ ਕਿ ਇੱਥੇ ਗੱਲ ਕੀਤੀ ਹੋਈ ਹੈ ਕਿ ਸਟਰੀਟ ਜਿਹੜੇ ਵੈਂਡਰ ਹੁੰਦੇ ਨੇ। ਸਟਰੀਟ ਵੈਂਡਰ ਕੌਣ ਹੁੰਦੇ ਨੇ ਜੀ? ਸਟਰੀਟ ਵੈਂਡਰ ਜਿਹੜੇ ਹੁੰਦੇ ਨੇ ਜੀ ਜਿਹੜੇ ਸੜਕਾਂ ਦੇ ਉੱਤੇ ਉਹਨਾਂ ਦੀਆਂ ਰੇਹੜੀਆਂ ਲੱਗੀਆਂ ਹੁੰਦੀਆਂ ਨੇ, ਉੱਥੇ ਆਪਦਾ ਛੋਟਾ ਮੋਟਾ ਕਾਰੋਬਾਰ ਜਿਵੇਂ ਗੋਲ ਗੱਪੇ ਵੇਚਣਾ, ਕੋਈ ਹੋਰ ਟੋਕਰੀਆਂ ਬਣਾਉਣਾ ਐਂਡ ਇਸ ਤਰ੍ਹਾਂ ਦੇ ਕੋਈ ਵੀ ਜਿਹੜਾ ਕੰਮ ਕੀਤਾ ਜਾਂਦਾ ਉਹਨਾਂ ਦਾ ਸੜਕਾਂ ਦੇ ਉੱਤੇ, ਜਾਂ ਫਿਰ ਕੋਈ ਕੱਪੜੇ ਵਗੈਰਾ ਵੇਚਣ ਦਾ ਕੰਮ ਵੀ ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਸੜਕਾਂ ਦੇ ਉੱਤੇ ਹੀ ਵੇਚਿਆ ਜਾਂਦਾ ਆ। ਸੋ ਇਹਨਾਂ ਦੀਆਂ ਸਟਰੀਟਸ ਜਿਹੜੇ ਵੈਂਡਰ ਇਹਨਾਂ ਨੂੰ ਆਪਾਂ ਕਹਿੰਦੇ ਆ, ਇਹਨਾਂ ਦੀ ਕੋਈ ਪਰਮਾਨੈਂਟ ਦੁਕਾਨ ਵੀ ਨਹੀਂ ਹੁੰਦੀ। ਸਰਕਾਰ ਜਦੋਂ ਚਾਹਵੇ ਇਹਨਾਂ ਨੂੰ ਹਟਾ ਸਕਦੀ ਹੈ, ਬਟ ਇਹ ਸੋਚ ਕੇ ਇਹਨਾਂ ਨੂੰ ਨਹੀਂ ਹਟਾਇਆ ਜਾਂਦਾ ਕਿ ਇਹਨਾਂ ਦਾ ਜਿਹੜਾ ਹੱਕ ਹੈਗਾ ਆ ਕਮਾਈ ਕਰਨ ਦਾ, ਜੀਵਿਕਾ ਦਾ ਜਿਹੜਾ ਅਧਿਕਾਰ ਹੈਗਾ ਆ ਇਹਨਾਂ ਕੋਲ ਵੀ ਹੈਗਾ ਆ। ਬਟ ਫਿਰ ਵੀ ਜਿਹੜੀ ਸਰਕਾਰ ਹੈਗੀ ਆ ਇਹ ਇਸ ਕਾਨੂੰਨ ਦੇ ਵਿੱਚ ਸ਼ੋਧ ਕਰਨਾ ਚਾਹੁੰਦੀ ਹੈ ਕਿ ਕੁਝ ਹੱਲ ਜ਼ਰੂਰ ਕੱਢਿਆ ਜਾਵੇ, ਕਿਉਂਕਿ ਇਹਨਾਂ ਕਰਕੇ ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਆਉਣ ਜਾਣ ਵਾਲੇ ਜਿਹੜੇ ਲੋਕ ਹੁੰਦੇ ਨੇ ਜਾਂ ਫਿਰ ਜਿਹੜਾ ਟ੍ਰੈਫਿਕ ਹੁੰਦਾ ਆ ਕਈ ਵਾਰ ਇਹਨਾਂ ਕਰਕੇ ਵੀ ਕਹਿ ਸਕਦੇ ਹਾਂ ਵੱਧ ਜਾਂਦਾ ਐਂਡ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਹੈਗਾ ਆ ਲੋਕਾਂ ਨੂੰ ਕਰਨਾ ਪੈਂਦਾ ਆ। ਸੋ ਇਸ ਤਰ੍ਹਾਂ ਹੀ ਜਿਹੜੇ ਸਟਰੀਟ ਵੈਂਡਰ ਹੁੰਦੇ ਨੇ ਇਹਨਾਂ ਦੀ ਗੱਲ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਤੇ ਇਹਨਾਂ ਕੋਲ ਕੋਈ ਪਰਮਾਨੈਂਟ ਜੌਬ ਤਾਂ ਹੈ ਨਹੀਂ, ਨਾ ਹੀ ਇਹਨਾਂ ਦੀ ਕੋਈ ਪਰਮਾਨੈਂਟ ਸੈਲਰੀ ਹੁੰਦੀ ਆ। ਇਸੇ ਤਰ੍ਹਾਂ ਕੁਝ ਸਥਾਈ ਦੁਕਾਨਾਂ ਵੀ ਹੁੰਦੀਆਂ ਨੇ। ਸਥਾਈ ਦੁਕਾਨਾਂ ਪਰਮਾਨੈਂਟ ਸ਼ਾਪਸ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਪਰਮਾਨੈਂਟ ਸ਼ਾਪਸ ਹੁੰਦੀਆਂ ਨੇ, ਜਿਵੇਂ ਕੋਈ ਗਾਰਮੈਂਟ ਦੀ ਸ਼ਾਪ ਹੋ ਸਕਦੀ ਹੈ, ਕੋਈ ਮੋਬਾਈਲ ਫੋਨ ਦੀ ਸ਼ਾਪ ਹੋ ਸਕਦੀ ਹੈ, ਕੋਈ ਵੀ ਸ਼ਾਪ ਤੁਹਾਨੂੰ ਜਿਹੜੀ ਵੇਖਣ ਨੂੰ ਮਿਲਦੀ ਹੈਗੀ ਆ, ਇਹਨਾਂ ਨੂੰ ਨਾ ਨਗਰ ਨਿਗਮ ਤੋਂ, ਮਿਊਨਿਸਪਲ ਕਾਰਪੋਰੇਸ਼ਨ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਲਾਇਸੈਂਸ ਲੈਣਾ ਪੈਂਦਾ ਆ ਜੇਕਰ ਇਹਨਾਂ ਨੇ ਸ਼ਾਪ ਚਲਾਉਣੀ ਆ। ਐਂਡ ਇਸ ਦੇ ਨਾਲ ਨਾਲ ਨਗਰ ਨਿਗਮ ਨੇ ਇਹ ਵੀ ਡਿਸਾਈਡ ਕਰਨਾ ਹੁੰਦਾ ਕਿ ਹਫਤੇ ਦੇ ਕਿਹੜੇ ਦਿਨ ਜਿਹੜਾ ਬਾਜ਼ਾਰ ਹੈਗਾ ਆ ਉਹ ਬੰਦ ਰਹਿਣਾ ਆ। ਇਹ ਫੈਸਲਾ ਕਿਹਦੇ ਦੁਆਰਾ ਲਿਆ ਜਾਂਦਾ? ਨਗਰ ਨਿਗਮ ਦੁਆਰਾ। ਇਸ ਤੋਂ ਪਹਿਲਾਂ ਆਪਾਂ ਨਗਰ ਨਿਗਮ ਤੇ ਨਗਰ ਕੌਂਸਲ ਬਾਰੇ ਡਿਸਕਸ ਕਰ ਚੁੱਕੇ ਸੀਗੇ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਨਗਰ ਨਿਗਮ ਤੇ ਨਗਰ ਕੌਂਸਲ ਕੀ ਹੁੰਦਾ ਹੈ। ਸੋ ਇਹਨਾਂ ਦੇ ਸਿਰ ਤੇ ਵੀ ਕਾਫੀ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਉਹਨਾਂ ਦੇ ਵਿੱਚੋਂ ਇੱਕ ਜ਼ਿੰਮੇਵਾਰੀ ਇਹ ਵੀ ਹੁੰਦੀ ਹੈ ਲਾਇਸੈਂਸ ਦੇਣ ਦਾ ਜਿਹੜਾ ਕੰਮ ਹੈਗਾ ਆ, ਪਰਮਿਸ਼ਨ ਦੇਣ ਦਾ ਜਿਹੜਾ ਕੰਮ ਹੈ। ਸਥਾਈ ਦੁਕਾਨਾਂ ਜਿਹੜੀਆਂ ਪਰਮਾਨੈਂਟ ਸ਼ਾਪਸ ਹੁੰਦੀਆਂ ਨੇ ਇਹ ਵੀ ਇਹਨਾਂ ਦਾ ਹੀ ਕੰਮ ਹੁੰਦਾ, ਨਗਰ ਨਿਗਮ ਦਾ। ਐਂਡ ਇਸ ਤੋਂ ਬਾਅਦ ਆਪਾਂ ਦੋ ਕੇਸ ਸਟੱਡੀ ਦੀ ਮੈਂ ਗੱਲ ਕੀਤੀ ਸੀਗੀ ਕਿ ਨਿਰਮਲ ਨਾਮ ਦੀ ਇੱਕ ਜਿਹੜੀ ਲੜਕੀ ਹੈਗੀ ਆ ਉਹ ਕਿੱਥੇ ਕੰਮ ਕਰ ਰਹੀ ਹੈ? ਸਿਲਾਈ ਯੂਨਿਟ ਦੇ ਵਿੱਚ ਕੰਮ ਕਰ ਰਹੀ ਆ। ਤੇ ਇਹਨਾਂ ਦੇ ਜਿਹੜੇ ਵਰਕਿੰਗ ਆਰ ਹੈਗੇ ਆ, ਭਾਵ ਕਿ ਇਹਨਾਂ ਦਾ ਜਿਹੜਾ ਕੰਮ ਕਰਨ ਦਾ ਜਿਹੜਾ ਸਮਾਂ ਹੈਗਾ ਆ ਇਹ ਸਵੇਰੇ 9 ਵਜੇ ਆ ਜਾਂਦੇ ਆ ਤੇ ਰਾਤ ਨੂੰ 10 ਵਜੇ ਜਾਂਦੇ ਆ। ਤੁਸੀਂ ਵੇਖ ਲਓ ਕਿੰਨਾ ਸਮਾਂ ਇਹਨਾਂ ਨੂੰ ਕੰਮ ਕਰਨਾ ਪੈਂਦਾ। 11-12 ਜਿਹੜੇ ਘੰਟੇ ਹੈਗੇ ਆ ਇਹਨਾਂ ਨੂੰ ਲਗਾਤਾਰ ਕੰਮ ਕਰਨਾ ਪੈਂਦਾ। ਸੋ ਇਹ ਤੁਸੀਂ ਵੇਖ ਸਕਦੇ ਹੋ ਨਿਰਮਲ ਦੀ ਕਹਾਣੀ। ਤੇ ਨਿਰਮਲ ਹੁਣਾਂ ਨੇ ਜਿਹੜੇ ਵੀ ਕੱਪੜੇ ਬਣਾਉਣੇ ਹੁੰਦੇ ਆ ਆਪਦੀ ਫੈਕਟਰੀ ਦੇ ਵਿੱਚ, ਜਿਹੜੀ ਇਹਨਾਂ ਨੇ ਸਿਲਾਈ ਕਰਨੀ ਹੁੰਦੀ ਹੈ,
ਉਹ ਜਿਹੜੇ ਸਾਰੇ ਜਿਹੜੇ ਕੱਪੜੇ ਹੈਗੇ ਆ ਉਹ ਵਿਦੇਸ਼ਾਂ ਵਿੱਚ ਜਾਂਦੇ ਆ, ਜਿਵੇਂ ਜਰਮਨੀ, ਜਾਪਾਨ, USA, ਇਸ ਤਰ੍ਹਾਂ ਦੀਆਂ ਜਿਹੜੀਆਂ ਕੰਟਰੀਜ਼ ਨੇ ਮਤਲਬ ਐਕਸਪੋਰਟ ਕਰ ਦਿੱਤੇ ਜਾਂਦੇ ਆ ਇਹਨਾਂ ਦੁਆਰਾ ਬਣਾਏ ਗਏ ਕੱਪੜੇ, ਜਿਹੜੇ ਕੱਪੜਿਆਂ ਦੀ ਇਹਨਾਂ ਨੇ ਸਿਲਾਈ ਕੀਤੀ ਹੁੰਦੀ ਹੈ। ਤੇ ਇਹਨਾਂ ਦੇ ਕੰਮ ਕਰਨ ਦੇ ਘੰਟਿਆਂ ਦੀ ਮੈਂ ਗੱਲ ਕਰ ਲਈ ਹੈ, ਤੇ ਹਫਤੇ ਦੇ ਇਹਨਾਂ ਨੂੰ 6 ਦਿਨ ਕੰਮ ਕਰਨਾ ਪੈਂਦਾ। 6 ਦਿਨ ਦੇ ਨਾਲ ਨਾਲ ਕਈ ਵਾਰ ਮੰਨ ਲਓ ਇਹਨਾਂ ਤੇ ਕਾਫੀ ਜ਼ਿਆਦਾ ਬੋਝ ਹੋਵੇ ਤੇ ਇਹਨਾਂ ਨੂੰ ਐਤਵਾਰ ਵਾਲੇ ਦਿਨ ਵੀ ਕੰਮ ਕਰਨਾ ਪੈ ਜਾਂਦਾ ਆ। ਸੋ ਤੁਸੀਂ ਵੇਖ ਰਹੇ ਹੋ ਨਾ ਇਹਨਾਂ ਦੀ ਕੀ ਹਾਲਤ ਹੈਗੀ ਆ ਕਿ ਸਾਰਾ ਦਿਨ ਇਹ ਕੰਮ ਕਰਦੇ ਰਹਿੰਦੇ ਆ। ਬਟ ਮੰਨ ਲਓ ਕਿਸੇ ਦਿਨ ਨਿਰਮਲ ਨਾਮ ਦੀ ਜਿਹੜੀ ਲੜਕੀ ਹੈਗੀ ਆ ਬਿਮਾਰ ਹੋ ਜਾਵੇ, ਤੇ ਫਿਰ ਕੀ ਇਹ ਜੌਬ ਤੇ ਜਾ ਸਕਦੀ ਹੈ? ਨਹੀਂ ਜਾਵੇਗੀ। ਤੇ ਇਹਦੀ ਜਿਹੜੀ ਤਨਖਾਹ ਹੋਏਗੀ ਉਹ ਵੀ ਕੱਟੀ ਜਾਏਗੀ, ਤਨਖਾਹ ਵੀ ਫਿਰ ਪੂਰੀ ਨਹੀਂ ਮਿਲਣੀ। ਵੈਸੇ ਤਾਂ ਇਹਨੂੰ ਜਿਹੜੀ ਤਨਖਾਹ ਮਿਲ ਰਹੀ ਸੀ ਇਹ ਵੀ ਕੋਈ ਜ਼ਿਆਦਾ ਨਹੀਂ ਮਿਲ ਰਹੀ ਹੈਗੀ, ਬਹੁਤ ਘੱਟ ਲੇਬਰ ਇਹਨਾਂ ਨੂੰ ਦਿੱਤੀ ਜਾਂਦੀ ਹੈ। ਬਟ ਜੇ ਕਿਤੇ ਇਹ ਬਿਮਾਰ ਪੈ ਜਾਵੇ ਤੇ ਇਹਨੂੰ ਕਹਿ ਸਕਦੇ ਹਾਂ ਕਿ ਕੰਮ ਤੇ ਨਾ ਜਾਣ ਕਰਕੇ ਇਹਨਾਂ ਦੀਆਂ ਤਨਖਾਹਾਂ ਵੀ ਕੱਟੀਆਂ ਜਾਣਗੀਆਂ। ਐਂਡ ਹੋਰ ਜਿਹੜੀਆਂ ਸਮੱਸਿਆਵਾਂ ਵੇਖਣ ਨੂੰ ਮਿਲਦੀਆਂ ਨੇ ਇਹਨਾਂ ਦੁਆਰਾ ਕਿ ਇਹਨਾਂ ਨੂੰ ਪ੍ਰੋਪਰ ਕੰਮ ਵੀ ਨਹੀਂ ਮਿਲਦਾ। ਇੱਥੇ ਇਹਨਾਂ ਨੇ ਗੱਲ ਕੀਤੀ ਹੋਈ ਹੈ ਕਿ ਜੂਨ ਤੱਕ ਕੰਮ ਖਤਮ ਹੋ ਜਾਂਦਾ ਹੈ ਤੇ ਫੈਕਟਰੀ ਕੀ ਕਰਦੀ ਹੈ ਜੀ, ਆਪ ਦਾ ਸਟਾਫ ਘਟਾ ਦਿੰਦੀ ਹੈ, ਕਿਉਂਕਿ ਇਹਨਾਂ ਦਾ ਜਿਹੜਾ ਕੰਮ ਹੁੰਦਾ ਆ ਇਹ ਵੀ ਸੀਜ਼ਨਲੀ ਹੁੰਦਾ ਆ। 4 ਮਹੀਨੇ ਇਹਨਾਂ ਨੂੰ ਕੰਮ ਕਰਨਾ ਆ, ਉਸ ਤੋਂ ਬਾਅਦ ਇਹ ਕੀ ਰਹਿਣਗੇ ਜੀ, ਇਹ ਵਿਹਲੇ ਰਹਿਣਗੇ, ਇਹਨਾਂ ਨੂੰ ਕੋਈ ਕੰਮ ਨਹੀਂ ਦਿੱਤਾ ਜਾਏਗਾ। ਇਹਨਾਂ ਨੂੰ ਫਿਰ ਸਟਾਫ ਦੇ ਵਿੱਚੋਂ ਰਿਮੂਵ ਕਰ ਦਿੱਤਾ ਜਾਏਗਾ। ਜਿਵੇਂ ਨਿਰਮਲਾ ਨਾਮ ਦੀ ਜਿਹੜੀ ਇੱਥੇ ਤੁਹਾਨੂੰ ਲੜਕੀ ਵੇਖਣ ਨੂੰ ਮਿਲ ਰਹੀ ਹੈ, ਹੋ ਸਕਦਾ 4 ਮਹੀਨਿਆਂ ਬਾਅਦ ਇਹਨੂੰ ਕੀ ਕਿਹਾ ਜਾਏਗਾ, ਕੰਮ ਛੱਡਣ ਨੂੰ ਕਿਹਾ ਜਾਏਗਾ ਕਿ ਹੁਣ ਤੁਹਾਡਾ ਕੰਮ ਹੋ ਚੁੱਕਾ ਹੈ, ਤੁਸੀਂ ਇੱਥੋਂ ਜਾ ਸਕਦੇ ਹੋ। ਸੋ ਇੱਥੇ ਮੈਂ ਗੱਲ ਕੀਤੀ ਸੀਗੀ ਕਿ ਇਹਨਾਂ ਨੂੰ ਸਾਲ ਦੇ ਸਿਰਫ 3-4 ਮਹੀਨੇ ਹੀ ਕੰਮ ਨਹੀਂ ਮਿਲਦਾ। ਇਸ ਤੋਂ ਪਹਿਲਾਂ ਮੈਂ ਗਲਤੀ ਨਾਲ ਕਹਿਤਾ ਸੀਗਾ ਕਿ ਇਹਨਾਂ ਨੂੰ 8 ਮਹੀਨੇ ਵਿਹਲੇ ਰਹਿਣਾ ਪੈਂਦਾ। 3-4 ਮਹੀਨੇ ਇਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ, 8 ਮਹੀਨੇ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਕੰਮ ਮਿਲਦਾ ਆ। ਸੋ ਥੋੜੀ ਜਿਹੀ ਕਰੈਕਸ਼ਨ ਕਰ ਲਿਓ, ਬਟ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਹਿ ਸਕਦੇ ਹਾਂ ਕਿ ਇੱਥੋਂ ਡਾਇਰੈਕਟਲੀ ਕੁਐਸਚਨ ਤਾਂ ਨਹੀਂ ਬਣੂਗਾ, ਬਟ ਤੁਸੀਂ ਇੰਨੀ ਗੱਲ ਯਾਦ ਕਰ ਲਿਓ ਕਿ ਨਿਰਮਲਾ ਵਰਗੀਆਂ ਜਿਹੜੀਆਂ ਲੜਕੀਆਂ ਨੇ ਇਹਨਾਂ ਨੂੰ 3-4 ਮਹੀਨੇ ਕੋਈ ਕੰਮ ਨਹੀਂ ਮਿਲਦਾ। ਸੋ ਇੱਥੇ ਤੁਹਾਨੂੰ ਜਿਹੜੀ ਗੱਲ ਸਮਝਣ ਨੂੰ ਮਿਲੀ ਆ ਉਹ ਕੀ ਮਿਲੀ ਹੈ ਜੀ, ਕਿ ਇਹਨਾਂ ਦੀ ਜਿਹੜੀ ਨੌਕਰੀ ਹੈਗੀ ਆ ਉਹ ਕੋਈ ਸੁਰੱਖਿਅਤ ਨਹੀਂ ਹੈਗੀ, ਇੱਥੇ ਜੌਬ ਸਿਕਿਉਰਿਟੀ ਨਹੀਂ ਹੈਗੀ। ਜਦੋਂ ਉਹਨਾਂ ਦਾ ਕੰਪਨੀ ਦਾ ਸਟਾਫ ਦਾ ਦਿਲ ਕਰਦਾ ਆ ਉਹ ਇਹਨਾਂ ਨੂੰ ਕੱਢ ਸਕਦੇ ਆ, ਮਤਲਬ ਕਿ ਇਹਨਾਂ ਨੂੰ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ, ਨਾ ਇਹ ਛੁੱਟੀ ਲੈ ਸਕਦੇ ਆ। ਛੁੱਟੀ ਲੈਣਗੇ ਤੇ ਇਹਨਾਂ ਦੀਆਂ ਛੁੱਟੀਆਂ ਕਹਿ ਲਓ ਕਿ ਇਹਨਾਂ ਦੀਆਂ ਤਨਖਾਹਾਂ ਕੱਟੀਆਂ ਜਾਣਗੀਆਂ। ਐਂਡ ਇਸ ਤਰ੍ਹਾਂ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਹੁੰਦੀਆਂ ਨੇ, ਜਿਹੜੇ ਕਿ ਅੱਜ ਕੱਲ੍ਹ ਦੇ ਕੁਝ ਪ੍ਰਾਈਵੇਟ ਤੇ ਕੁਝ ਗਵਰਨਮੈਂਟ EMPLOYEES ਨੂੰ ਮਿਲਦੀਆਂ ਨੇ, ਇਹ ਵੀ ਇਹਨਾਂ ਨੂੰ ਨਹੀਂ ਮਿਲਦੀਆਂ। ਤੇ ਦੂਜੇ ਪਾਸੇ ਸ਼ੁਧਾ ਨਾਮ ਦੀ ਇੱਕ ਲੜਕੀ ਹੈਗੀ ਆ, ਇਹਦੀ ਕਹਾਣੀ ਹੈਗੀ ਆ। ਸੁਧਾ ਕੀ ਹੈਗੀ, ਇੱਕ ਮਾਰਕੀਟਿੰਗ ਮੈਨੇਜਰ ਹੈਗੀ ਆ। ਕਿਹੜੀ ਕੰਪਨੀ ਦੇ ਵਿੱਚ? ਬਿਸਕੁਟ ਬਣਾਉਣ ਵਾਲੀ ਕੰਪਨੀ ਦੇ ਵਿੱਚ। ਤੇ ਇਹ ਕੀ ਕਰਦੀ ਆ ਜੀ, ਇਹਨੂੰ ਰੈਗੂਲਰ ਸੈਲਰੀ ਮਿਲਦੀ ਆ ਆਪਦੇ ਕੰਮ ਦੇ ਲਈ। ਐਂਡ ਇਹਦੀ ਜੌਬ ਜਿਹੜੀ ਹੈਗੀ ਆ ਪਰਮਾਨੈਂਟ ਜੌਬ ਹੈਗੀ ਆ, ਤੇ ਤਨਖਾਹ ਦਾ ਜਿਹੜਾ ਇੱਕ ਹਿੱਸਾ ਆ ਇਹ ਇਹਨਾਂ ਦਾ PF ਦੇ ਵਿੱਚ ਵੀ ਕੱਟਿਆ ਜਾਂਦਾ। ਭਾਵ ਇਹ ਕਿ ਜਦੋਂ ਇਹਨੇ ਰਿਟਾਇਰਮੈਂਟ ਹੋ ਜਾਣਾ ਆ ਤੇ ਇਹਨੂੰ ਕੁਝ ਪੈਸੇ ਸਰਕਾਰ ਦੇ ਵੱਲੋਂ ਪੈਨਸ਼ਨ ਦੇ ਰੂਪ ਵਿੱਚ ਵੀ ਦਿੱਤੇ ਜਾਣਗੇ। ਸੋ ਇਹਦਾ ਜਿਹੜਾ ਕੁਝ ਹਿੱਸਾ ਹੈਗਾ ਆ ਸੈਲਰੀ ਦਾ, ਇਹ ਵੀ ਸਰਕਾਰ ਦੇ ਖਾਤੇ ਵਿੱਚ ਜਾਂਦਾ ਆ। ਤੇ ਇਹਨੂੰ ਸੰਡੇ ਵਾਲੇ ਦਿਨ ਵੀ ਛੁੱਟੀ ਮਿਲਦੀ ਹੈ। ਨੈਸ਼ਨਲ ਜਿਹੜੀਆਂ ਹੌਲੀਡੇਜ਼ ਹੁੰਦੀਆਂ ਨੇ ਉਸ ਦਿਨ ਵੀ ਇਹਦਾ ਜਿਹੜਾ ਕੰਮ ਹੁੰਦਾ ਆ ਇਹਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ, ਤੇ ਸਾਲਾਨਾ ਛੁੱਟੀਆਂ ਵੀ ਇਹਨੂੰ ਮਿਲਦੀਆਂ ਨੇ। ਸੋ ਤੁਸੀਂ ਦੋਨਾਂ ਦੀ ਜੌਬ ਨੂੰ ਕੰਪੇਅਰ ਕਰ ਸਕਦੇ ਹੋ ਕਿ ਇਹਨੂੰ ਜੌਬ ਸਿਕਿਉਰਿਟੀ ਮਿਲ ਰਹੀ ਹੈ ਕਿ ਇਹਨੂੰ ਸੁਧਾ ਨੂੰ ਜਿਹੜੀ ਕਿ ਪਰਮਾਨੈਂਟ ਜੌਬ ਕਰ ਰਹੀ ਹੈ, ਇਹਦੇ ਘਰਦਿਆਂ ਨੂੰ ਵੀ ਮੈਡੀਕਲ ਫੈਸਿਲਿਟੀਜ਼ ਮਿਲ ਰਹੀਆਂ ਨੇ ਇਹਦੇ ਨਾਲ। ਸੋ ਵੇਖੋ ਕਿੰਨਾ ਜ਼ਿਆਦਾ ਜਿਹੜਾ ਡਿਫਰੈਂਸ ਹੈਗਾ ਆ ਨਿਰਮਲ ਅਤੇ ਸੁਧਾ ਦੀ ਕਹਾਣੀ ਦੇ ਵਿੱਚ। ਸੋ ਅੱਜ ਦੀ ਆਪਣੀ ਜਿਹੜੀ ਵੀਡੀਓ ਸੀਗੀ ਇਹ ਕੋਈ ਜ਼ਿਆਦਾ ਬਹੁਤੀ ਵੱਡੀ ਨਹੀਂ ਸੀ, ਬਟ ਮੈਂ ਸੋਚਿਆ ਕਿ ਚਲੋ ਚੈਪਟਰ ਤਾਂ ਆਪਾਂ ਕਰ ਹੀ ਰਹੇ ਹਾਂ, ਕਿਉਂ ਨਾ ਕੁਝ ਦੱਸ ਦਿੱਤਾ ਜਾਵੇ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਮੈਨੂੰ ਨਹੀਂ ਲੱਗਦਾ ਕਿ ਇਸ ਚੈਪਟਰ ਦੀ ਇੰਨੀ ਜ਼ਿਆਦਾ ਇੰਪੋਰਟੈਂਸ ਹੈਗੀ ਆ, ਬਟ ਬਿਲਕੁਲ ਬੇਸਿਕ ਅੰਡਰਸਟੈਂਡਿੰਗ ਲਈ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ। ਸੋ ਇਸ ਨੋਟ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਚੈਨਲ ਤੇ ਨਵੇਂ ਹੋ, ਚੈਨਲ ਨੂੰ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਬਟਨ ਤੇ ਜ਼ਰੂਰ ਕਲਿੱਕ ਕਰ ਲਿਓ, ਵੀਡੀਓ ਨੂੰ ਲਾਈਕ ਕਰ ਦਿਓ ਐਂਡ ਇਸ ਵੀਡੀਓ ਨੂੰ ਆਪਦੇ ਦੋਸਤਾਂ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।